ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਫੁਨ ਹੈ ਮਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਸਖੀ ਕਾਜਲ ਹਾਰ ਤੰਬੋਲ ਸਭ ਕਿਛ ਸਾਜਿਆ ਸੋਲਹਿ ਕੀਏ ਸ਼ਿੰਗਾਰ ਕਿ ਅੰਜਨ ਪਾਜਿਆ ਜੇ ਘਰ ਆਵੈ ਕੰਤ ਤਾਂ ਸਭ ਕਿਛ ਪਾਈਐ ਹਰ ਹਾਂ ਕੰਤ ਬਾਜ ਸ਼ਿੰਗਾਰ ਸਭ ਬਿਰਥਾ ਜਾਈਐ ਜਿਸ ਘਰ ਵਸਿਆ ਕੰਤ ਸਾ ਵੱਡ ਭਾਗਣੇ ਤਿਸ ਬਣਿਆ ਹਬ ਸ਼ਿੰਗਾਰ ਸਾਈ ਸੁਹਾਗਣੇ ਹਾਂ ਸੁਤੀ ਹੋਏ ਅਚਿੰਤ ਮਨ ਆਸ ਪੁਰਾਈਆ ਹਰ ਹਾਮ ਜਾਂ ਘਰ ਆਇਆ ਕੰਤ ਤਾਂ ਸਭ ਕਿਛ ਪਾਈਆ ਹਾਂ ਸੁਤੀ ਹੋਏ ਅਚਿੰਤ ਮਨ ਆਸ ਪੁਰਾਈਆ ਹਰ ਹਾਮ ਜਾਂ ਘਰ ਆਇਆ ਕੰਤ ਤਾਂ ਸਭ ਕਿਛ ਪਾਈਆ ਵਾਹਿਗੁਰੂ।
जी का खालसा वाहिगुरु जी की फतेह। पंजवें पातशाह जी की बाणी फुनहे दे दो श्लोक आप जी ने सरवण किए हैं। इन्हां दी विचार सिख कौम दे महान विद्वान ज्ञानी जीवा सिंह जी दमदमी टकसाल चौंक मेहता आप जी नूं सरवण करवाउणगे। 2 दिन का उन्हां दा समा है साडे पास। श्रोमणी भगत भगत रविदास जी का पवित्र जन्म दिहाड़ा कल 27 तरीक नूं है। 28 तरीक शाम नूं गुरुद्वारा बंगला साहब की समूह रागी ढाडी सभा वालों विशेष समागम गुरु हरराय साहब जी के गुरपुरब नूं मनाउण वास्ते भगत रविदास जी के पवित्र जन्म दिहाड़े नूं मनाउण वास्ते हो रहे हैं। समा होएगा शाम नूं 7 बजे तो लैके रात 10 बजे तक। 7 मार्च इंडिया का सब तो वड्डा किडनी डायलिसिस सेंटर खोलिया जा रहा है। गुरुद्वारा बाला साहब गुरु हरकृष्ण हॉस्पिटल गुरु 8वें पातशाह जी के नाम तो मनुखता की मानवता की सेवा आरंभ होनी है। तकरीबन 500 के करीब जो मरीज होंगे वो निता प्रति हर रोज अपना डायलिसिस करवा सकणगे और बहुत घट कीमत है। 11 तरीक नूं गुरुद्वारा बंगला साहब डायग्नोज सेंटर आरंभ होवेगा। यह हॉस्पिटल भी गुरु हरकृष्ण साहब महाराज जी के पवित्र नाम तो है और इत्थे बहुत सस्ते रेट ते सारे टेस्ट होणगे, खास करके गरीबां वास्ते। जिवें अनाउंस किया गया है कि MRI केवल 50 रुपए विच होवेगी। 15 तरीक नूं गुरुद्वारा रकाबगंज साहब जो गुरु ग्रंथ साहब महाराज दे जिथे पावन स्वरूप छपदे ने, महाराज दियां बीड़ा तैयार होंदियां ने, जिहड़ा उस अस्थान का कार्य सी पुनरुसारी सी उहदा भी बहुता चरण जिहड़ा है वो बन चुकिया है। सो 15 तरीक तो वो भी संगत दे सेवा वास्ते उसनूं खोल दिता जाएगा। सो इन्हां 3 समयां ते आप जी जरूर हाजरियां भरो, अरदास में शामिल होवो। सच्चे पातशाह आप अपनियां संगतां तो सेवा लैन, आप अपने सेवकां तो सेवा कराउण। अगले समय वास्ते गुरबाणी विचार सरवण करिए जी। वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। कृपा करो दीन के दाते, मेरा गुण अवगुण ना विचारो कोई। माटी का क्या धोपै स्वामी, मानस की गत एही। मूक उचरै शास्त्र खट, पिंग गिरन चढ़ जाए। अंध लखै बदरो सुनै,
ਜੋ ਕਾਲ ਕਿਰਪਾ ਕਰਾਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ 8ਵੇਂ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤਿਨਾਂ ਦੇ ਪਵਿੱਤਰ ਦਰ ਤੋਂ ਹਰ ਰੋਜ਼ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਦੀ ਕਥਾ ਕੀਰਤਨ ਸਤ ਸੰਗਤ ਦਾ ਸੁਭਾਗ ਪ੍ਰਾਪਤ ਕਰਦੇ ਹੋ। ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਇਸ ਮਨ ਨੂੰ ਹਾਲੀ ਦਾ ਰੂਪਕ ਦਿੱਤਾ ਹੈ। ਸਤ ਸੰਗਤ ਕਥਾ ਕੀਰਤਨ ਸੁਣਨਾ, ਫਿਰ ਉਹਨੂੰ ਮੰਨਣਾ, ਉਹਦੀ ਕਮਾਈ ਕਰਨੀ। ਇਸ ਪ੍ਰਕਾਰ ਨਾਮ ਦੀ ਕਮਾਈ ਕਰਕੇ, ਸੇਵਾ ਦੀ ਕਮਾਈ ਕਰਕੇ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਨੀ, ਇਹ ਯਤਨ ਸਤ ਸੰਗਤ ਵਿੱਚ ਬੈਠੇ ਹੋਏ ਸੱਜਣ ਹਰ ਰੋਜ਼ ਕਰਨ ਦਾ ਯਤਨ ਕਰਦੇ ਨੇ। ਸਤਿਗੁਰੂ ਜੀ ਦੇ ਬੋਲ ਨੇ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਵੈਸੇ ਕਈ ਵਾਰੀ ਸਾਨੂੰ ਦੇਖਣ ਦੀ ਆਦਤ ਪੈ ਜਾਂਦੀ ਹੈ, ਕਈ ਵਾਰੀ ਸੁਣਨ ਦੀ ਵੀ ਆਦਤ ਪੈ ਜਾਂਦੀ ਹੈ। ਮੰਨਣ ਦੀ ਆਦਤ ਬਹੁਤ ਘੱਟ ਪੈਂਦੀ ਹੈ। ਦਰਸ਼ਨ ਜਿਹੜੇ ਨੇ, ਇਹ ਵੀ ਇੱਕ ਪੌੜੀ ਹੈ ਵਾਹਿਗੁਰੂ ਜੀ ਦੇ ਤੱਕ ਪਹੁੰਚਣ ਦੀ। ਸੁਣਨਾ ਜਿਹੜਾ ਹੈ, ਇਹ ਵੀ ਇੱਕ ਪੌੜੀ ਹੈ ਪਰਮੇਸ਼ਰ ਤੱਕ ਪਹੁੰਚਣ ਦੀ। ਤੇ ਮੰਨਣਾ ਜਿਹੜਾ ਹੈ, ਇਹ ਸਾਧਨਾ ਹੈ, ਇਹ ਵੀ ਇੱਕ ਪੌੜੀ ਹੈ ਪਰਮੇਸ਼ਰ ਤੱਕ ਪਹੁੰਚਣ ਦੀ। ਪਰ ਜੇ ਕੋਈ ਸੱਜਣ ਪੌੜੀ ਤੇ ਹੀ ਖਲੋਤਾ ਰਵੇ, ਉੱਪਰ ਮੰਜ਼ਲ ਤੱਕ ਪਹੁੰਚੇ ਹੀ ਨਾ, ਤਾਂ ਫਿਰ ਇਹ ਵੀ ਇੱਕ ਮਨ ਦੀ ਚਤੁਰਾਈ ਹੈ, ਮਨ ਦੀ ਸ਼ੈਤਾਨੀ ਹੋਵੇਗੀ, ਜਿਹਨੇ ਸਾਨੂੰ ਭਰਮ ਦੇ ਵਿੱਚ ਪਾ ਦਿੱਤਾ। ਖੜੇ ਅਸੀਂ ਪੌੜੀ ਤੇ ਹਾਂ, ਸਮਝਦੇ ਹਾਂ ਕਿ ਮੰਜ਼ਿਲ ਮਿਲ ਗਈ। ਮੌਲਾਨਾ ਰੂਮੀ ਸਾਹਿਬ ਨੇ ਆਪਣੇ ਹਿਰਦੇ ਉੱਤੇ ਪ੍ਰੇਮ ਦੇ ਨਾਲ ਜਾਂ ਆਪਣੀ ਬੁੱਧੀ ਉੱਤੇ ਜ਼ੋਰ ਦੇ ਕੇ ਇੱਕ ਬੜੀ ਸੁੰਦਰ ਘਟਨਾ ਲਿਖੀ ਹੈ। ਉਹ ਲਿਖਦੇ ਨੇ ਕਿ ਕਿਸੇ ਸ਼ਿਕਾਰੀ ਨੇ ਜਾਲ ਪਾਇਆ, ਸੂਖਮ ਜਿਹਾ ਪੰਛੀ, ਬਹੁਤਾ ਵੱਡਾ ਨਹੀਂ ਸੀ, ਉਹ ਵਿੱਚ ਫਸ ਗਿਆ। ਜਿਵੇਂ ਚਿੜੀ ਮੰਨ ਲਓ ਜਾਂ ਛੋਟਾ ਪੰਛੀ ਮੰਨ ਲਓ। ਉਹਨੇ ਸ਼ਿਕਾਰੀ ਨੂੰ ਆਖਿਆ ਕਿ ਸੱਜਣਾ, ਜੇ ਤੂੰ ਮੈਨੂੰ ਛੱਡ ਦਵੇਂ ਤਾਂ ਮੈਂ ਤੈਨੂੰ 3 ਨਸੀਹਤਾਂ ਦਊਂਗਾ।
ਤੇ ਤੂੰ ਆਪ ਦਿਮਾਗ ਦੇ ਨਾਲ ਸੋਚ ਬਈ ਤੂੰ ਬੱਕਰੇ ਛਤਰੇ ਖਾਣ ਵਾਲਾ ਬੰਦਾ ਹੈ ਤੇ ਮੇਰੇ ਨਾਲ ਤੇਰਾ ਕੀ ਢਿੱਡ ਭਰਨਾ ਹੈ। ਇਸ ਕਰਕੇ ਮੈਨੂੰ ਮਾਰ ਕੇ ਖਾਣ ਦੇ ਨਾਲ ਤੇਰੀ ਭੁੱਖ ਵੀ ਨਹੀਂ ਮਿਟਣੀ। ਇਹਦੇ ਨਾਲੋਂ ਚੰਗਾ ਹੈ ਮੈਂ ਤੈਨੂੰ 3 ਨਸੀਹਤਾਂ ਦੇਵਾਂ, ਪਰ ਸ਼ਰਤ ਇਹ ਹੈ, ਪਹਿਲੀ ਨਸੀਹਤ ਤੈਨੂੰ ਯਕੀਨ ਨਹੀਂ ਆਉਣਾ, ਤੂੰ ਸੋਚੇਂਗਾ ਵੀ ਇਹਨੇ ਮੈਨੂੰ ਧੋਖਾ ਦੇਣਾ, ਭਰਮ 'ਚ ਪਾ ਕੇ ਉੱਡ ਜਾਣਾ ਹੈ। ਮੈਂ ਤੇਰੇ ਹੱਥਾਂ 'ਚ ਹੀ ਦਊਂਗਾ, ਤੈਨੂੰ ਚੰਗੀ ਲੱਗੀ ਤੇ ਮੈਨੂੰ ਛੱਡ ਦੇਈਂ। ਦੂਜੀ ਨਸੀਹਤ ਮੈਂ ਦਰਖਤ ਦੀ ਟਹਿਣੀ ਤੇ ਬਹਿ ਕੇ ਦਊਂਗਾ, ਤੀਸਰੀ ਅਸਮਾਨ 'ਚ ਉੱਡਦਾ ਦਊਂਗਾ। ਸ਼ਿਕਾਰੀ ਨੂੰ ਇੱਦਾਂ ਜਾਪਿਆ ਵੀ ਇਹ ਧੋਖਾ ਕਰੇਗਾ ਮੇਰੇ ਨਾਲ, ਪਰ ਉਹਦੇ ਇੱਕ ਗੱਲ ਮਨ 'ਚ ਲੱਗ ਗਈ ਵੀ ਇਹਦੇ ਖਾਧਿਆਂ ਭੁੱਖ ਤੇ ਮਿਟਣੀ ਨਹੀਂ। ਪਰ ਦੂਸਰੀ ਮਨ 'ਚ ਆਈ ਵੀ ਕੁਝ ਨਾ ਖਾਣ ਨਾਲੋਂ ਕੁਝ ਖਾਣਾ ਤੇ ਚੰਗਾ ਹੀ ਹੈ। ਪਰ ਫਿਰ ਵੀ ਉਹਨੇ ਪਰਿੰਦੇ ਨੂੰ ਸਮਾਂ ਦਿੱਤਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ। ਬੋਲਣ ਵਾਲੇ ਤੇ ਬ੍ਰਹਮ ਗਿਆਨੀ ਮੌਲਾਨਾ ਰੂਮੀ ਸਾਹਿਬ ਨੇ, ਪਰ ਬੁਲਾਉਂਦੇ ਪਰਿੰਦੇ ਤੋਂ ਪਏ ਨੇ। ਉਸ ਪੰਛੀ ਨੇ ਪਹਿਲੀ ਨਸੀਹਤ ਦਿੱਤੀ ਕਿ ਨਾਮੁਮਕਿਨ ਚੀਜ਼ ਉੱਤੇ ਕਦੀ ਜ਼ਿੰਦਗੀ 'ਚ ਭਰੋਸਾ ਨਾ ਕਰੀਏ। ਉਹਨੂੰ ਬੜੀ ਗੱਲ ਪਸੰਦ ਆਈ। ਨਾਮੁਮਕਿਨ ਗੱਲ ਉੱਤੇ ਕਦੀ ਭਰੋਸਾ ਨਾ ਕਰੇ, ਉਹਨੂੰ ਗੱਲ ਪਸੰਦ ਆਈ, ਉਹਨੇ ਛੱਡਤਾ। ਉਹ ਜਦੋਂ ਟਾਹਣੀ ਤੇ ਬਹਿ ਗਿਆ, ਟਾਹਣੀ ਤੇ ਚਲੇ ਗਿਆ, ਉਹਦੇ ਹੱਥਾਂ ਦੇ ਵਿੱਚੋਂ ਆਜ਼ਾਦ ਹੋ ਗਿਆ। ਉਹਨੇ ਦੂਸਰੀ ਨਸੀਹਤ ਦਿੱਤੀ ਕਿ ਬੀਤੀ ਹੋਈ ਤੇ ਕਦੀ ਅਫਸੋਸ ਨਾ ਕਰੇ, ਕਿਉਂ ਇਹ ਵੀ ਇੱਕ ਮਨ ਦੀ ਚਾਲ ਹੈ। ਪਹਿਲਾਂ ਮਨ ਟਾਈਮ ਵੇਸਟ ਕਰਾਉਂਦਾ ਹੈ ਤੇ ਬਾਅਦ 'ਚ ਫਿਰ ਜਦੋਂ ਤੁਹਾਡੇ ਮਨ 'ਚ ਆਉਂਦਾ ਵੀ ਹੁਣ ਕੁਝ ਕਰੀਏ, ਫਿਰ ਇਹ ਦੂਸਰਾ ਪੱਖ ਲੈ ਲੈਂਦਾ ਵੀ ਨਹੀਂ ਹੁਣ ਤਾਂ ਟਾਈਮ ਲੰਘ ਗਿਆ, ਹੁਣ ਤੇ ਕੁਝ ਨਹੀਂ ਹੋ ਸਕਦਾ। ਫਿਰ ਇਹ ਅਫਸੋਸ ਦੇ ਵਿੱਚ ਵੀ ਵੇਸਟ ਕਰਾ ਦਿੰਦਾ। ਇਹ ਵੀ ਮਨ ਦੀ ਇੱਕ ਸ਼ੈਤਾਨੀ ਮੰਨੀ ਜਾਂਦੀ। ਪਹਿਲਾਂ ਤੇ ਵੈਸੇ ਹੀ ਵੇਸਟ ਗਿਆ, ਬਾਅਦ 'ਚ ਜਿਹੜਾ ਟਾਈਮ ਵੇਸਟ ਹੋਇਆ ਫਿਰ ਉਹਨੂੰ ਰੋਈ ਜਾਓ ਸਾਰੀ ਉਮਰ। ਇਹਨੇ ਕਰਨ ਤੋਂ ਡੱਕਣਾ ਹੈ, ਕਿਸੇ ਤਰ੍ਹਾਂ ਵੀ ਡੱਕੇ, ਰੋਕੇ, ਰੁਕਾਵਟ ਪਾਵੇ, ਇਹ ਮਨ ਦਾ ਸੁਭਾਅ ਹੈ। ਉਹ ਭਾਵੇਂ ਅਫਸੋਸ ਦੇ ਰਾਹੀਂ ਪਾਵੇ, ਉਹ ਭਾਵੇਂ ਟਾਈਮ ਵੇਸਟ ਕਰਾ ਕੇ ਪਾਵੇ, ਪਰ ਇਹਨੇ ਰੱਬ ਦੇ ਨਾਂ ਤੋਂ ਰੋਕਣਾ ਹੈ, ਕਿਸੇ ਤਰ੍ਹਾਂ ਰੋਕੇ। ਪਰਿੰਦਾ ਜਦੋਂ ਹਵਾ 'ਚ ਉੱਡਿਆ ਤੇ ਸ਼ਿਕਾਰੀ ਕਹਿੰਦਾ ਤੀਸਰੀ ਨਸੀਹਤ, ਪਰਿੰਦਾ ਕਹਿੰਦਾ ਮੂਰਖ ਸ਼ਿਕਾਰੀ ਤੂੰ ਮੇਰੀਆਂ ਗੱਲਾਂ 'ਚ ਆ ਗਿਆ। ਮੈਂ ਇੱਕ ਬਹੁਤ ਬੇਸ਼ਕੀਮਤੀ ਹੀਰਾ ਨਿਕਲ ਲਿਆ, ਜੇ ਕਿਤੇ ਤੂੰ ਮੈਨੂੰ ਮਾਰਦਾ ਤੇ ਮੇਰੇ ਢਿੱਡ 'ਚੋਂ ਨਿਕਲਦਾ ਤੇ ਹਜ਼ਾਰਾਂ ਰੁਪਈਆ ਵੱਟਦਾ। ਜਦੋਂ ਸ਼ਿਕਾਰੀ ਨੂੰ ਇਸ ਗੱਲ ਦਾ ਪਤਾ ਲੱਗਾ, ਉਹ ਕਹਿੰਦੇ ਪਛਤਾਉਣ ਲੱਗਾ, ਸਿਰ ਦੇ ਵਾਲ ਨੋਚਣ ਲੱਗਾ। ਉਹਦੇ ਬੜੇ ਮਾੜੀ ਹਾਲਤ ਹੋ ਗਈ। ਜਦੋਂ ਕੁਝ ਉਹਦੀ ਹੋਸ਼ ਟਿਕਾਣੇ ਆਈ, ਕਹਿੰਦਾ ਹੁਣ ਤੂੰ ਚਲਾਕੀ ਤੇ ਕਰ ਲਈ, ਤੀਸਰੀ ਨਸੀਹਤ ਤੇ ਦੇ ਦੇ। ਫਿਰ ਪਰਿੰਦਾ ਕਹਿੰਦਾ ਪਹਿਲੀਆਂ ਤੇ ਅਮਲ ਕਰ ਲਿਆ, ਵੀ ਜਿਹੜੀ ਤੀਸਰੀ ਮੰਗਣ ਡਿਆ। ਕਹਿੰਦਾ ਕੀ? ਕਹਿੰਦਾ ਮੈਂ ਤੈਨੂੰ ਆਖਿਆ ਸੀ ਬੀਤੀ ਤੇ ਅਫਸੋਸ ਨਾ ਕਰੀ, ਦੂਸਰੀ ਨਸੀਹਤ। ਤੇ ਹੁਣੇ ਹੀ ਕਹਿੰਦਾ ਫਿਰ ਮੈਂ ਤੈਨੂੰ ਆਖਿਆ ਸੀ ਨਾਮੁਮਕਿਨ ਤੇ ਯਕੀਨ ਨਾ ਕਰੀ, ਵੀ ਮੈਂ ਛੋਟਾ ਜਿਹਾ ਪਰਿੰਦਾ ਵਾ, ਹੀਰਾ ਕਿੱਥੋਂ ਨਿਕਲ ਜੂਗਾ। ਸ਼ਿਕਾਰੀ ਦੇ ਗੱਲ ਸਮਝ 'ਚ ਆਈ। ਉਹ ਕਹਿਣ ਲੱਗਾ ਚੱਲ ਜਾਂਦਾ ਜਾਂਦਾ ਹੁਣ ਤੀਸਰੀ ਤੇ ਦੱਸ ਜਾ। ਕਹਿੰਦਾ ਮੂਰਖ ਨੂੰ ਉਪਦੇਸ਼ ਦੇਣਾ, ਬੰਜਰ ਧਰਤੀ 'ਚ ਬੀਜ ਬੋਜਣਾ।
जिथे उगण की कोई आस नहीं हैगी। सतगुरु बाणी दे विच बड़ा सोहना फरमाउंदे ने, कहंदे रात दिन मैं सुनिया भी पढ़िया भी, पर वो गल ना बनी जिहड़ी बननी चाहिए। बीत जय है बीत जय है जन्म अकाज रे, निस दिन तू सुन के पुराण समझत न रे, अजान काल तो पहुँच्यो आन, कहाँ जय है भाजरे। ये साडा हिरदा ना ये बंजर धरती है। साडे सतगुरां ने साडे उत्ते बड़ा वड्डा तरस कीता, जिहड़ी मर्यादा दिती ना, जिवें गुरुद्वारा एक संस्था है, वखरी मर्यादा है, इसे तरह सतसंग एक मर्यादा है, संस्था है। ते सतसंग दे विच बहण वाला सज्जण जिहड़ा है, वो हर रोज अपने हिरदे रूपी खेती दे विचों वकारां रूप नदीन नूं गंदगी नूं कढदा है। जिवें जिस राह ते रोज लोग तुरे जाण उत्थे घाह फूस नहीं हुंदा। पाठ रोज करते रहिए, नितनेम रोज करते रहिए, नेम रोज रखते रहिए, तो वकारां रूप घादक हिरदे विच पैदा होण तो बचिया रहिंदा है। ते जिधर दी लंघना छड्ड दईए, देख लो सड़कां नवीआं बन जांदियां, पुराणियां जिथे छड्ड दिंदे ने वरतणियां, वो फिर उसे तरह ही घाह फूस आदक उग पैंदा उत्थे। सतगुरु ने तरीका दिता सत संगत की है, जिथे असी अपने हिरदे रूप बंजर धरती की सफाई करके नाम का बीज बीजना है। महाराज फरमाउंदे मन हाली किरसानी करनी, सरम पानी तन खेत, मन नूं किसान बनाउणा है। क्यों ये संकल्प करेगा तो काम चलेगा। ये दृढ़ संकल्प करे फिर काम हो सकता, नहीं तो नहीं हो सकता। ये फुरना लियावेगा तो काम चलेगा। और करनी कमाई करनी की है, खेती करनी, सरम मेहनत का पानी देना है, नाम बीजना है, ते संतोख रखना पवेगा। बीज अज बीजिया, अज ही उन्होंने फल नहीं लगना, वो पुंगरेगा, उगेगा, बूटा बनेगा, पौधा बनेगा, फिर हौली हौली उन्होंने फल लगेगा। मीह हनेरी उत्ते झलेगा, फिर किते जाके वो पकेगा। संतोख रखना, गरीबी वेस रखना, निमरता रखनी, ये नाम दे बीज नूं बचाउण वास्ते वाड़ करनी है। ये सतगुरु की कृपा है, मेहर है, तरस है कि जिन्हां ने साडे उत्ते कृपा करके सानू इहो जिहा सिस्टम दिता है। हर रोज नितनेम दा, हर रोज सतसंगत दा, हर रोज हुक्मनामा श्रवण करन दा। सो आओ बड़े प्रेम दे नाल जो पुनः बाणी की कथा चलती पई है, इहदे दो पद हो चुके ने। तीसरी पौड़ी तो इसकी विचार अज आरंभ होण जा रही है। बड़े प्रेम दे नाल आप सारियां संगतां सुणन दा यतन करो। एक बारी रसना करिए पवित्र सतगुरु जी के चरणों में हाजरी लवाइए। आखो जी वाहिगुरु जी का खालसा, वाहिगुरु जी की फतेह। सतनाम श्री वाहिगुरु जी। सखी काजल हार तंबोल, सबै किश साजिया। ज्ञान दे साधन, ज्ञान की समगरी,
ਪਤੀ ਰੂਪ ਪਰਮੇਸ਼ਰ ਨੂੰ ਮਿਲਣ ਵਾਸਤੇ ਕਿਹੜੇ-ਕਿਹੜੇ ਸਾਧਨ ਜੀਵ ਰੂਪ ਇਸਤਰੀ ਕਰਦੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਬੜੇ ਪ੍ਰੇਮ ਦੇ ਨਾਲ ਬਾਹਰਲਾ ਦ੍ਰਿਸ਼ਟਾਂਤ ਦਿੰਦੇ ਨੇ। ਜਿਵੇਂ ਰੂਪਕ ਹੁੰਦੇ ਨੇ ਨਾ, ਜਿੰਨੇ ਵੀ ਪੁਰਾਣੇ ਗ੍ਰੰਥ ਨੇ ਨਾ, ਇਹਨਾਂ 'ਚ ਰੂਪਕ ਬਹੁਤ ਵਰਤੇ। ਜਿਵੇਂ ਬ੍ਰਹਮਾ ਜੀ ਦੇ 4 ਮੂੰਹ, ਹੁਣ ਉਹ ਕੀ ਆ ਰੂਪਕ। ਉਹਦਾ ਅਰਥ ਕੀ ਬਣਦਾ ਹੈ ਕਿ ਕਰੁਣਾ, ਮੁਦਤਾ, ਮੈਤਰੀ, ਉਪੇਖਿਆ, ਜਾਂ ਧਰਮ, ਅਰਥ, ਕਾਮ, ਮੋਕਸ਼, ਜਾਂ ਚਾਰੇ ਪਾਸੇ ਜਿਹੜਾ ਵਾਹਿਗੁਰੂ ਦੇਖਦਾ ਪਿਆ ਹੈ, ਸਭ ਜਾਣਦਾ ਪਿਆ ਹੈ। ਇਸੇ ਤਰ੍ਹਾਂ ਰਾਵਣ ਦੇ 10 ਸਿਰ, ਇਹ ਕੀ ਆ ਰੂਪਕ। ਇਹਦਾ ਅਰਥ ਕੀ ਹੈ ਮਹਾਨ ਵਿਦਵਾਨ, 10 ਸਿਰਾਂ ਜਿੰਨਾ ਗਿਆਨ, ਨੌਲੇਜ, ਪ੍ਰਕਾਂਡ, ਵਿਦਵਾਨ, ਮਹਾਪੰਡਤ, ਉਹ ਕੀ ਹੈ ਰਾਵਣ। ਇਸ ਤਰ੍ਹਾਂ ਬੜੇ ਰੂਪਕ ਮੰਨੇ ਨੇ ਗੁਰਬਾਣੀ ਦੇ ਵਿੱਚ, ਦ੍ਰਿਸ਼ਟਾਂਤ ਮੰਨੇ ਨੇ। ਕਈ ਸੱਜਣ ਤੇ ਰੂਪਕ ਦੀ ਪੂਜਾ ਕਰਨ ਲੱਗ ਪੈਂਦੇ। ਜਿਹੜੇ ਗਿਆਨੀ ਸੱਜਣ ਹੁੰਦੇ ਨੇ ਉਹ ਰੂਪਕ ਦੀ ਪੂਜਾ ਨਹੀਂ ਕਰਦੇ, ਉਹਦੇ ਅਰਥ ਨੂੰ ਕੱਢ ਕੇ ਉਹਨੂੰ ਵਿਚਾਰਦੇ ਨੇ ਤੇ ਉਹਨੂੰ ਧਾਰਦੇ ਨੇ। ਜਿਵੇਂ ਇੱਕ ਬੜਾ ਪ੍ਰਸਿੱਧ ਰੂਪਕ ਸੀ ਕਿ ਇਹ ਜਿਹੜੀ ਧਰਤੀ ਹੈ ਇਹ ਬਲਦ ਦੇ ਸਿੰਗਾਂ ਤੇ ਖੜੀ ਹੈ, ਪਰ ਬ੍ਰਹਮ ਗਿਆਨੀਆਂ ਨੇ ਇਹਦਾ ਅਰਥ ਕੀ ਕੱਢਿਆ, ਸਤਿਗੁਰੂ ਨੇ ਅਰਥ ਕੀ ਕੱਢਿਆ, ਧਰਮ ਦੇ ਸਿਰ ਤੇ ਖੜੀ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਵਾਹਿਗੁਰੂ ਦੇ ਸਿਰ ਤੇ ਹੈ ਸਭ ਕੁਝ। ਤਾਂ ਕਈ ਸੱਜਣ ਤੇ ਰੂਪਕ ਦੀ ਪੂਜਾ ਹੀ ਕਰਦੇ ਨੇ ਸਾਰੀ ਉਮਰ, ਪਰ ਜਿਹੜੇ ਗਿਆਨ ਕਾਂਡ ਵਿੱਚ ਆ ਜਾਂਦੇ ਨੇ ਉਹ ਫਿਰ ਅਰਥ ਦੀ ਵਿਚਾਰ ਕਰਨ ਲੱਗ ਪੈਂਦੇ ਨੇ ਤੇ ਅਰਥ ਦਾ ਨਿਧਿਆਸਣ ਕਰਦੇ। ਉਦਾਹਰਣ ਹੈ ਬਾਹਰਲੀ ਜੀਵ ਇਸਤਰੀ ਦੀ ਵੀ, ਉਹ ਪਤੀ ਦੀ ਪ੍ਰਾਪਤੀ ਵਾਸਤੇ ਕਿੰਨੇ ਸਾਧਨ ਕਰਦੀ ਹੈ। ਤੇ ਬਾਹਰਲੇ ਸਾਧਨ ਕੀ ਹੁੰਦੇ ਆ, ਉਹ ਕੀ ਆ, ਅੱਖਾਂ 'ਚ ਕਾਜਲ, ਸੁਰਮਾ ਪਾਉਣਾ। ਵੈਸੇ ਸੁਰਮੇ ਦੀ ਵੀ ਜੇ ਕਹਾਣੀ ਪੜ੍ਹੀਏ ਨਾ, ਪੁਰਾਣੀ ਇਤਿਹਾਸ ਪੜ੍ਹੀਏ, ਤੇ ਇਹ ਵੀ ਬੜਾ ਰੌਚਕ ਆ ਵੀ ਸੁਰਮਾ ਕਿੱਥੋਂ ਦੁਨੀਆ ਵਿੱਚੋਂ ਚੱਲਿਆ। ਤੇ ਦੂਸਰੇ ਪਾਸੇ ਹਾਰ ਪਾਉਣਾ, ਤੰਬੋਲ, ਪਾਨਾਂ ਦਾ ਬੀੜਾ ਚੱਬਣਾ ਕਿ ਮੂੰਹ ਦੇ ਵਿੱਚੋਂ ਸੁਗੰਧੀ ਆਵੇ। ਇਹ ਸਾਰੇ ਸਾਜਦੀ ਹੈ, ਆਪਦੇ ਸਰੀਰ ਤੇ ਕਰਦੀ ਹੈ। ਤਾਂ ਮਹਾਰਾਜ ਫਰਮਾਉਂਦੇ ਨੇ ਕਿ ਕੱਜਲ ਅੱਖਾਂ 'ਚ, ਹਾਰ ਗਲ 'ਚ, ਪਾਨਾਂ ਦਾ ਬੀੜਾ ਚੱਬਣਾ, ਇਹ ਸਾਰੇ ਸਾਜੇ। ਤੇ ਅੱਗੇ ਫਰਮਾਉਂਦੇ ਹਨ, ਸੋਲਹ ਕੀਏ ਸਿਗਾਰ ਕੇ ਅੰਜਨ ਪਾਜਿਆ। ਤੇ 16 ਸ਼ਿੰਗਾਰ ਕੀਤੇ ਤੇ ਅੰਜਨ ਸੁਰਮਾ ਅੱਖਾਂ ਦੇ ਵਿੱਚ ਪਾਇਆ। ਕੱਜਲ ਦੀਵੇ ਦਾ ਤੇ ਸੁਰਮਾ ਜਿਹੜਾ ਅੱਜ ਕੱਲ੍ਹ ਚੱਲਦਾ ਹੈ, ਇਹ ਅੱਖਾਂ ਦੇ ਵਿੱਚ ਪਾ ਲਿਆ। ਹੁਣ ਇਹ ਤੇ ਹੋ ਗਈ ਬਾਹਰਲੀ ਗੱਲ। ਇਸੇ ਤਰ੍ਹਾਂ ਜਿਹੜਾ ਸਾਧਕ ਹੈ ਉਹ ਪਰਮਾਤਮਾ ਨੂੰ ਮਿਲਣ ਵਾਸਤੇ ਉਹ ਸਖੀ, ਉਹ ਜੀਵ ਰੂਪ ਇਸਤਰੀ ਕੀ ਕਰਦੀ ਹੈ, ਸ਼ਾਸਤਰਾਂ ਦਾ ਗਿਆਨ ਰੂਪੀ ਸੁਰਮਾ ਅੱਖਾਂ 'ਚ ਪਾਉਂਦੀ ਵੀ ਮੈਂ ਇੰਨੇ ਸ਼ਾਸਤਰ ਪੜ੍ਹੇ ਨੇ, ਇੰਨੇ ਗ੍ਰੰਥਾਂ ਦਾ ਗਿਆਤਾ ਹਾਂ, ਇੰਨੀਆਂ ਭਾਸ਼ਾ ਮੈਨੂੰ ਆਉਂਦੀਆਂ ਨੇ, ਨਿਆਏ ਪੜ੍ਹਿਆ ਹਾਂ, ਵਿਦਾਂਤ ਪੜ੍ਹਿਆ ਹਾਂ, ਜਾਂ ਫਿਰ ਕਾਵਿ ਸ਼ਾਸਤਰ ਪਿੰਗਲ ਦਾ ਵੀ ਗਿਆਤਾ। ਇਹ ਕੀ ਹੋ ਗਿਆ, ਅੱਖਾਂ ਦਾ ਕਾਜਲ। ਹਾਰ ਕੀ ਹੈ, ਜਿਹੜਾ ਮੂੰਹ ਤੋਂ ਹਰ ਹਰ ਕਰਦੇ ਰਹਿਣਾ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਕਿਤੇ ਮੂੰਹ ਤੋਂ ਹੀ ਨਾ ਹੋ ਜੇ, ਅੰਦਰ ਵੀ ਜਾਵੇ। ਹਰ ਹਰ ਨਿਤ ਜਪੈ ਰਸਨਾ, ਕਹਿਆ ਕਛੂ ਨਾ ਜਾਣੀ। ਜਿਵੇਂ ਕਹਿੰਦੇ ਨਾ, ਮੂੰਹੋਂ ਰਾਮ ਰਾਮ ਤੇ ਬਗਲ ਮੇ ਛੁਰੀ, ਉੱਤੋਂ ਤੇ ਰਾਮ ਰਾਮ ਕਹਿਣਾ ਆਏ ਨੂੰ। ਤਾਂ ਮੂੰਹ ਤੋਂ ਹਰ ਹਰ ਕਰਦੇ ਰਹਿਣਾ
ਤੇ ਤੰਬੋਲ ਦਾ ਅਰਥ ਅੰਤਰੀਵ ਮਹਾਂਪੁਰਸ਼ ਕਰਦੇ ਨੇ ਮਹਾਂਵਾਕਾਂ ਦਾ ਉਚਾਰਨਾ। ਵੇਦਾਂ ਦੇ 4 ਮਹਾਂਵਾਕ ਮੰਨੇ ਨੇ। ਸ਼ਾਇਦ ਰਿਗਵੇਦ ਦਾ ਮਹਾਂਵਾਕ ਹੈ ਪ੍ਰਗਿਆਨਮ ਆਨੰਦ ਬ੍ਰਹਮ। ਇਸੇ ਤਰ੍ਹਾਂ ਅਹੰ ਬ੍ਰਹਮਸਮੀ, ਇਸੇ ਤਰ੍ਹਾਂ ਤਤਵਮਸੀ, ਇਸੇ ਤਰ੍ਹਾਂ ਅਯਮ ਆਤਮਾ ਬ੍ਰਹਮ। 4 ਵੇਦਾਂ ਦੇ 4 ਮਹਾਂਵਾਕ ਉਚਾਰਦੇ ਰਹਿਣਾ। ਉਚਾਰਨ ਦਾ ਮਤਲਬ ਆਪਣੇ ਆਪ ਨੂੰ ਅਹੰ ਬ੍ਰਹਮ, ਕਿ ਮੈਂ ਬ੍ਰਹਮ ਹਾਂ, ਮੈਂ ਪਰਮੇਸ਼ਰ ਹਾਂ, ਇਹ ਭਾਵਨਾ ਰੱਖਣੀ, ਇਹ ਭਾਵ ਲਿਆਉਣਾ ਕਿ ਮੈਂ ਪਰਮੇਸ਼ਰ ਹਾਂ, ਮੇਰੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ। ਵੈਸੇ ਜਿਹੜੀ ਵਿਦਿਆ ਪੜ੍ਹੀਏ ਨਾ, ਗੁਰਬਾਣੀ ਉਹਨਾਂ ਅਰਥਾਂ 'ਚ ਹੀ ਮਹਿਸੂਸ ਹੋਣ ਲੱਗ ਪੈਂਦੀ ਹੈ। ਇਸੇ ਕਰਕੇ ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਨੇ, ਵਿਦਿਆ ਕੋਈ ਪੜ੍ਹੋ, ਕੁਰਾਨ ਪੜ੍ਹੋ, ਬਾਈਬਲ ਪੜ੍ਹੋ, ਕੋਈ ਗ੍ਰੰਥ ਪੜ੍ਹੋ, वेदांत पढ़ो, न्याय पढ़ो, पर गुरबाणी नूं स्वतंत्र मनो ते श्रोमणी मनो। तुसीं हैरान होवोगे जदों वेदांत पढ़िया सज्जण जी दे वेदांत सिर चढ़ के बोलदा, वो जदों जपजी साहब दा पाठ करदा ना, आपां पाठ करते एक तुक पढ़ते आ, सो मैं विसर ना जाई, आपां इदां पढ़ते ना भी वो परमेश्वर मैनू ना भुले। वेदांती सज्जण इदां पढ़दा वा, सो मैं वो रब मैं आ, ये गल मैनू कदे ना भुले, विसर ना जाए। तत्वमसी वो इदां पाठ करन लग पैंदे, क्यों दे वेदांत फिर सिर चढ़ के बोलदा। तां इनू की भावना की भी मैं ब्रह्म, मैं रब हां ते मैनू कोई पाप नहीं लगदा। अहम ब्रह्मस्मि निसंग भोग लक्ष्मी, भोगे युवती सदा सन्यासी, सिख लख है अद्भुत संवाद। पंडित निश्चल दास जी महाराज विचार सागर च लिखते कि मैनू कोई दोष नहीं, मैं निर्लेप हाँ, कुछ करी जावा मेरे ते कोई असर नहीं, क्यों मैं शरीर तो परे आ, मन तो परे आ। पर जे तां वाकया ही परे होवे शरीर तो फिर तां गल है ठीक, ते जे सिर्फ मूँह एवें कही जाना भी मैं ब्रह्म आ ते मैं परे आ शरीर तो भी मन तो भी, ते फिर दोष भी लगदा जिहड़े कर्म कीते जाते हैं। जिवें संत ज्वाला दास जी महाराज अपने प्रसिद्ध टीके दे विच बड़ी सुंदर गाथा लिखते, कहते कोई पखंडी ब्रह्म ज्ञानी सी जिहड़ा मूँह तो कहता हुंदा सी भी मैं ब्रह्मा, पर उत्थे पहुंचिया नहीं सी जिथे जाके पाप पुन नहीं लगता, जिथे जाके दुख सुख महसूस नहीं हुंदा, जिन्हों मेरे 9वें पातशाह बाणी विच कहंदे जो नर दुख मैं दुख नहीं मानै, सुख स्नेहो अर भै नहीं जाके कंचन माटी मानै। इस अवस्था ते पहुंचिया तो नहीं सी, पर अपने आप नूं वो समझदा सी। तो उस गाथा लिखते बड़ी सुंदर कि एक बादशाह उन्हें बाग लवाया, तरह तरह के दरख्त लवाए, तरह तरह के पौधे बूटे वाड़ा कीतियां गईयां, बड़ा जिवें अजकल चलता है लैंडस्केपिंग की गई बड़ी सोहनी। तो वो किते ना गऊ विच वड़ गई बाग दे, ते राजे नूं चढ़िया गुस्सा, डांग पई सी, उन्हें वट के मारी ते वो किते वज गई सिर च, ते गऊ दी हो गई मौत। हुण समझाउण दा तरीका बड़ा सोहना आंदा पुराने संतां दा, वो साखी राहीं समझाउंदे आ, क्यों साखी दे नाल सौखी समझ पै जांदी है। तरीका बड़ा सोहना वो लिखदे ने कि वो जिहड़ी हत्या सी ना, हत्या की हो गई पाप, जीव हत्या, वो उन्होंने बादशाह नूं चिंबड़न वास्ते आई, ते बादशाह जिहड़ा सी वो पढ़िया सी कुछ ना कुछ विद्या, वो कहंदा उस हत्या नूं तूं कौन है मेरे अल बला वधदी आउंदी है। कहंदी मैं जीव हत्या जिहड़ी तूं कीती होड़े,
कहता मैं थोड़ी कीती आ, इंद्र ने कीती है। क्योंकि धार्मिक ग्रंथ कहते भाई अखां दा देवता सूरज, अखां नूं कौन चलाउंदा? सूरज। इसे तरह हत्थां नूं कौन चलाउंदा? इंद्र। भी मैं नहीं मारी, ये तो इंद्र ने मरवाई आ। जां सौखे जे शब्दां च कह लो मैं नहीं मारी, रब ने मारी है। ये तो रब ने मरवाई मेरे तो। वो जिहड़ी जीव हत्या सी ਉਹਦੇ ਕੋਲੇ पहुँच गई, इंद्र कोले। वो कहता तू कौन? कहती भी मैं पाप कर्म। कहता मैं कदों कीता है? मैं कदों मारी हैगा? वो कहती भी वो राजे ने मारी आ, तो कहते हत्थां दा देवता इंद्र हुंदा है, तो तू मरवाई है। फिर जिवें कह दिंदे ना भी सारा कुछ रब ही करवाउंदा है। जिवें कोई सज्जण सी ना कहंदा जदों 10वें पातशाह किरपा करनगे ना उदों अंम੍ਰਿਤ छकांगे। तो सिंह साहब जी ज्ञानी जी की कहते? कहते 10वें पातशाह ठेके ते भी लैके गए सी कि आपे चले गया सी? वो किरपा तो आपे कर लेंदे हो, तो अंम੍ਰਿਤ छकण की किरपा 10वें पातशाह चेचा आण के करया करन। बाकी सारिया किरपा असीं आप कर लीए, तो बाणी पढ़ दी किरपा गुरु करे, अंम੍ਰਿਤ छकण की किरपा 10वें पातशाह करन। उदा नहीं, वो आण के बांह फड़ के कहण बई फलाना सिया आ जा चलीए, अज अंम੍ਰਿਤ संचार होना, तेनों छकाईए। वो जदों इंद्र के कोले चले गई तो इंद्र कहता तू कौन? कहता जीव हत्या राजे ने कीती। कहता फिर उन्होंने चिंबड़ जाके वो तो लेखा लै। वो कहता है भी हत्थां दे देवता इंद्र आ, उन्हें कराई है सारी करतूत। कहता खलो जा फिर वेख लैण दे मैनू, जे ते होया वो वाकया ही ब्रह्म ज्ञानी, फिर मैं की तू की, दुनिया उहदा वाल विंगा नहीं कर सकती। तो जे एवें गल्लां वाला होया तो फिर उहदे गाल ही तैनूं पैना पैना। चलो बादशाह इंद्र जिहड़ा सी उन्हें रूप धारिया अमीर दा, ते राजे नूं मिलिया, ते राजे नूं कहंदा मैं आसन बाग च लाउणा। वो कहंदे ला लो, अमीर बंदियां नाल रखदे ही आ सारे। राजे नूं पुछण लग पिया महाराजा पौधे बड़े सोहणे है, किन्ने लाए? कहता मैं लाए। आ वाड़ बड़ी सोहनी कीती है, ये किन्ने कीती है? कहता मैं कीती है। आ दरख्त बड़े सोहणे लाए, ये किन्ने लाए? आ कहता मैं लाए। आ फवारा किन्ने लवाया? कहता मैं लवाया। अगे गां मरी पई सी, कहता ये किन्ने मारी है? कहता इंद्र ने। इंद्र ने हथ फड़ लिया, कहता पौधे तू लवावें, वाड़ा तू करावें, फुहारे तू लवावें, दरख्त तू लवावें, तो गां मैं मारा। ये सज्जणा तू मारी है तो तेनों ही लगनी है। तो इनू कहते ने पखंड करना भी मैं ब्रह्म, मैं रब हाँ, मैं जो मर्जी करा, मैनू कोई पाप नहीं लगता। महाराज कहते इदां दे पाना दे बीड़े महावाकां दे चबदा रहा। और 16 की है सिगार, 16 शंगार मन्ने ने श्रीमान भाई मनी सिंह जी महाराज भी। 3 काले 2 उजले पतले 5 प्रकार, 4 कठन 2 चीकने, 16 यह निर्धार। एक ईश्वर कृत ते एक जीव कृत, एक रब दे बनाए 16 शंगार ते एक जिहड़ा बंदे दे बनाए 16 शंगार। महापुरुष दसदे कि श्रीमान भाई मनी सिंह जी ने पहली वार के टीके विच लिखे हुए ने सारे भाई गुरदास साहब जी की वार। तो ये भी कीते भाव साधन कीते, किहड़े किहड़े कीते? 16 3 काले 3 काल संध्या करता रहा, सवेर दी दोपहर दी ते रात दी संध्या पाठ पूजा करता रहा। 2 उजले लोक परलोक दे विच उज्जल जस प्राप्त किया। और पतले 5 प्रकार, काम क्रोध आदि जिहड़े 5 ने इन्हों पतले कर लिया, बरीक कर लिया। इन्हां वालों विरक्ति रख के इन्हां दा असर घटा दिता। 4 कठन वो कि समदम शरदा तीसरी, समाधान उपराम खटी तितिक्षा यानी है भिन भिन या ना। सम कीता, दम कीता, शरदा तितिक्षा, ये कठन साधन भी कीते। और 2 उजले मन ते बुद्ध, ये 2 प्रेम दे विच स्निग्ध कीतियां। ये 16 साधन ये भी कर ले। ते अंजन पाजिया
ਤੇ ਅੱਖਾਂ ਦੇ ਵਿੱਚ ਸ਼ਾਸਤਰ ਗਿਆਨ ਦਾ ਸੁਰਮਾ ਵੀ ਪਾ ਲਿਆ। ਜੇ ਘਰ ਆਵੈ ਕੰਤ ਤਾਂ ਸਭ ਕਿਛ ਪਾਈਐ। ਇਹ ਜਿੰਨੇ ਸਾਧਨ ਕੀਤੇ ਨੇ, ਜਿਵੇਂ ਬਾਹਰਲੀ ਇਸਤਰੀ ਦੇ ਸ਼ਿੰਗਾਰ ਕੀਤੇ ਤਾਂ ਸਫਲੇ ਨੇ, ਜੇ ਉਹਦੇ ਘਰ ਦੇ ਵਿੱਚ ਪਤੀ ਆਵੇ, ਉਹਨੂੰ ਪਤੀ ਦੀ ਪ੍ਰਾਪਤੀ ਹੋਵੇ। ਇਸੇ ਤਰ੍ਹਾਂ ਜਿਹੜਾ ਜੀਵ ਰੂਪ ਜਗਿਆਸੂ, ਉਹਦੇ ਇਹ ਸਾਰੇ ਹੀ ਅੰਤਰੀਵ ਸਾਧਨ ਕੀਤੇ ਹੋਏ ਤਾਂ ਸਫਲੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਜੇ ਘਰ ਮੈਨੇ ਹਿਰਦੇ ਵਿੱਚ ਕੰਤ ਮੈਨੇ ਪਤੀ ਪਰਮੇਸ਼ਰ ਪ੍ਰਗਟ ਹੋਵੇ, ਸਾਖਸ਼ਾਤ ਹੋਵੇ, ਤਾਂ ਸਭ ਕੁਝ ਹੀ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਫਿਰ ਕਿਸੇ ਵਸਤੂ ਦੀ ਉਹਨਾਂ ਨੂੰ ਲੋੜ ਨਹੀਂ ਰਹਿ ਜਾਂਦੀ, ਕਿਸੇ ਵਸਤੂ ਦੀ ਇੱਛਾ ਨਹੀਂ ਰਹਿ ਜਾਂਦੀ, ਕਿਉਂ? ਵਾਹਿਗੁਰੂ ਦੀ ਪ੍ਰਾਪਤੀ ਕਰਕੇ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ। ਗਿਆਨੀ ਸੰਤ ਸਿੰਘ ਜੀ ਮਸਕੀਨ ਬੜਾ ਸੋਹਣਾ ਕਹਿੰਦੇ ਹੁੰਦੇ ਸੀ ਕਿ ਦੁਨੀਆ ਦੇ ਵਿੱਚ ਸਭ ਕੁਝ ਪਾ ਕੇ ਵੀ ਬੰਦਾ ਖਾਲੀ ਦਾ ਖਾਲੀ ਰਹਿੰਦਾ ਹੈ, ਪਰ ਜੇ ਇੱਕ ਪਰਮੇਸ਼ਰ ਨੂੰ ਪਾ ਲਈਏ ਤਾਂ ਫਿਰ ਕਿਸੇ ਵੀ ਵਸਤੂ ਦੇ ਪਾਉਣ ਦੀ ਇੱਛਾ ਨਹੀਂ ਰਹਿ ਜਾਂਦੀ, ਰੱਜਿਆ ਰਹਿੰਦਾ ਹੈ। ਨਹੀਂ ਤੇ ਸਾਰੀ ਉਮਰ ਸਭ ਕੁਝ ਪਾ ਕੇ ਵੀ ਫਿਰ ਅਖੀਰ ਖਾਲੀ ਦਾ ਖਾਲੀ ਹੀ ਰਹਿੰਦਾ ਹੈ। ਜੇ ਤਾਂ ਹਿਰਦੇ ਵਿੱਚ ਵਾਹਿਗੁਰੂ ਪਤੀ ਕੰਤ ਸੁਆਮੀ ਮਾਲਕ ਸਹੁ ਆ ਗਿਆ ਤਾਂ ਸਭ ਕੁਝ ਹੀ ਪਾ ਲਈਦਾ, ਪ੍ਰਾਪਤ ਕਰ ਲਈਦਾ ਹੈ। ਹਰਹਾ ਕੰਤੈ ਬਾਜ ਸੀਗਾਰ ਸਭ ਬਿਰਥਾ ਜਾਈਐ। ਪਰ ਜੇ ਹਰਹਾ ਹੈ ਭਾਈ ਕੰਤੈ ਬਾਜ ਸੀਗਾਰ, ਕੰਤ ਪਤੀ ਪਰਮੇਸ਼ਰ ਤੋਂ ਬਿਨਾ ਇਹ ਜਿਹੜੇ ਸ਼ਿੰਗਾਰ ਸਾਧਨਾ ਦੇ ਕਰਤਾ ਰਿਹਾ, ਪਤੀ ਪਰਮੇਸ਼ਰ ਵਾਹਿਗੁਰੂ ਤੇ ਨਹੀਂ ਮਿਲਿਆ, ਤਾਂ ਫਿਰ ਇਹ ਕੀਤੇ ਹੋਏ ਸ਼ਿੰਗਾਰ ਜਿਹੜੇ ਨੇ ਉਹ ਸਾਰੇ ਵਿਅਰਥ ਹੀ ਚਲੇ ਜਾਂਦੇ ਹਨ। ਸੌਖੀ ਜੀ ਉਦਾਹਰਣ ਕੀ ਹੈ, ਜਿਵੇਂ ਆਪਾਂ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ, ਕਿੰਨਾ ਪੈਸਾ ਲਾਉਂਦੇ ਆ, ਫਿਰ ਟਿਊਸ਼ਨਾਂ ਵੱਖਰੀਆਂ, ਫਿਰ ਅੱਜ ਕੱਲ੍ਹ ਜਿਵੇਂ ਮੋਬਾਈਲ ਚੱਲ ਪਏ ਵੱਖਰੇ, ਔਰ ਫਿਰ ਬਾਈਕ ਵੱਖਰੇ, ਮੋਟਰਸਾਈਕਲ ਵੱਖਰੇ, ਖਰਚਾ ਵੱਖਰਾ। ਤੇ ਇੰਨਾ ਖਰਚਾ ਕਰਕੇ ਤੇ ਜੇ ਹੋ ਜੇ ਫੇਲ, ਫਿਰ ਉਹ ਕੀਤਾ ਹੋਇਆ ਮਾਂ ਪਿਓ ਦਾ ਖਰਚਾ ਸਾਰਾ ਹੀ ਨਿਸਫਲ ਚਲੇ ਗਿਆ। ਇਸੇ ਤਰ੍ਹਾਂ ਜਿੰਨੇ ਸ਼ਿੰਗਾਰ ਕੀਤੇ ਮੈਨੇ ਸਾਧਨ ਕੀਤੇ ਉਸ ਪਤੀ ਪਰਮੇਸ਼ਰ ਨੂੰ ਮਿਲਦੇ, ਜੇ ਉਹ ਪਤੀ ਪਰਮੇਸ਼ਰ ਵਾਹਿਗੁਰੂ ਨਹੀਂ ਮਿਲਿਆ ਤਾਂ ਉਹਦੇ ਸ਼ਿੰਗਾਰ ਕੀਤੇ ਹੋਏ ਫਿਰ ਮਹਾਰਾਜ ਕਹਿੰਦੇ ਨੇ ਸਾਰੇ ਹੀ ਨਿਸਫਲ ਚਲੇ ਜਾਂਦੇ ਹਨ। ਗੁਰਬਾਣੀ 'ਚ ਨਾ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ। ਇੱਕ ਬੀਬੀ ਬੜੀਆਂ ਗੱਲਾਂ ਸੁਣਾਵੇ ਵੀ ਸਹੁਰੇ ਘਰ ਇੱਦਾਂ ਰਹੀਦਾ ਹੈ, ਪਤੀ ਨਾਲ ਇੱਦਾਂ ਰਹੀਦਾ ਹੈ, ਸੱਸ ਨਾਲ ਇੱਦਾਂ ਰਹੀਦਾ ਹੈ, ਨਨਾਣ ਨਾਲ ਇੱਦਾਂ ਰਹੀਦਾ ਹੈ, ਘਰ ਵਾਲੇ ਦੀ ਆਗਿਆ ਇੱਦਾਂ ਮੰਨੀ ਦੀ ਹੈ। ਉਹ ਦੂਜੀ ਬੀਬੀ ਨੇ ਪੁੱਛ ਲਿਆ, ਭੈਣ ਜੀ ਵਿਆਹ ਹੋਏ ਨੂੰ ਕਿੰਨਾ ਕੁ ਚਿਰ ਹੋਇਆ ਵੀ ਜਿਹੜੀਆਂ ਇੰਨੀਆਂ ਸੋਹਣੀਆਂ ਸਿੱਖਿਆ ਦਿੰਦੀ ਆ, ਬਲਹਾਰ ਜਾਵਾਂ ਤੇਰੇ ਤੋਂ? ਉਹ ਅੱਗਿਓਂ ਕਹਿਣ ਲੱਗੀ, ਨੇ ਮੇਰਾ ਵਿਆਹ ਤੇ ਹੋਇਆ ਹੀ ਨਹੀਂ ਆ, ਮੈਂ ਤੇ ਸੁਣਿਆ ਵਾ। ਸੁਣੀਆਂ ਸੁਣਾਈਆਂ ਗੱਲਾਂ ਕਰਦੀ। ਗੁਰਬਾਣੀ 'ਚ ਲਿਖਿਆ, ਗੱਲੀ ਹਉ ਸੁਹਾਗਣੀ ਭੈਣੇ, ਗੱਲੀ ਬਾਤੀ ਮੈਂ ਪੂਰੀ ਸੁਹਾਗਣੀ ਆ, ਪਰ ਕੰਤ ਨਾ ਕਬਹੂ ਮੈਂ ਮਿਲਿਆ। ਪਰ ਘਰ ਵਾਲੇ ਦੇ ਅਜੇ ਮੱਥੇ ਵੀ ਨਹੀਂ ਲੱਗੀ ਤੇ ਊਂ ਸੁਹਾਗਣੀ ਆ। ਤਾਂ ਮਹਾਰਾਜ ਕਹਿੰਦੇ ਜੇ ਤਾਂ ਉਹ ਵਾਹਿਗੁਰੂ ਮਿਲ ਪਵੇ ਤੇ ਇਹ ਸਾਧਨ ਸਫਲੇ ਨੇ, ਨਾ ਮਿਲੇ ਤੇ ਇਹ ਸਾਰੇ ਹੀ ਫਿਰ ਨਿਸਫਲ ਚਲੇ ਜਾਂਦੇ ਨੇ, ਹੰਗਤਾ ਕਰਕੇ, ਹਉਮੈ ਕਰਕੇ। ਜਿਸ ਘਰ ਵਸਿਆ ਕੰਤ ਸਾ ਵਡਭਾਗਣੇ। ਪਰ ਜਿਸ ਜੀਵ ਰੂਪ ਇਸਤਰੀ ਦੇ ਘਰ ਹਿਰਦੇ ਦੇ ਵਿੱਚ ਕੰਤ ਵਾਹਿਗੁਰੂ ਪਰਮੇਸ਼ਰ ਵਸਦਾ ਹੈ, ਉਹ ਭਾਈ ਵੱਡਿਆਂ ਭਾਗਾਂ ਵਾਲੇ ਗੁਰਸਿੱਖ ਨੇ, ਮਹਾਂਪੁਰਸ਼ ਨੇ। ਉਹਨਾਂ ਦੀ ਨਿਸ਼ਾਨੀ ਵੀ ਬਾਣੀ ਦੇ ਵਿੱਚ ਦੱਸੀ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮਨ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਹੁਣ ਕਿੱਦਾਂ ਪਤਾ ਲੱਗੇ ਵੀ ਇਹਦੇ ਹਿਰਦੇ 'ਚ ਰੱਬ ਵਸਦਾ ਹੈ? ਤਾਂ ਮਹਾਰਾਜ ਨੇ ਇਹ ਵੀ ਦੱਸਿਆ ਹੈ
ਵੀ ਜੇ ਤੇ ਵਾਹਿਗੁਰੂ ਦੇ ਨਾਮ ਤੋਂ ਬਿਨਾ ਬਚਦਾ ਹੈ ਫਿਰ ਇਹਦੇ ਹਿਰਦੇ 'ਚ ਅਜੇ ਰੱਬ ਨਹੀਂ ਵਸਿਆ। ਮਹਾਰਾਜ ਕੀ ਫਰਮਾਉਂਦੇ, ਆਖਾਂ ਜੀਵਾ ਬਿਸਰੈ ਮਰ ਜਾਉ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਜਗ੍ਹਾ ਜਗ੍ਹਾ ਤੇ ਪ੍ਰਮਾਣ ਦਿੱਤੇ ਹਨ। ਮਰਣੰ ਬਿਸਰਣੰ ਗੋਬਿੰਦੈ ਜੀਵਣੰ ਹਰ ਨਾਮ ਧਿਆਵਣੈ। ਇਹ ਨਿਸ਼ਾਨੀਆਂ ਹਿਰਦੇ ਵਿੱਚ ਵਸਣ ਦੀ, ਵੀ ਹਿਰਦੇ ਵਿੱਚ ਵਸਦਾ ਹੈ। ਹੁਣ ਜੇ ਸਾਡਾ ਦਿਲ ਬੰਦ ਹੋ ਜੇ ਤੇ ਫਿਰ ਸਰੀਰ ਖਤਮ। ਉਹ ਹਿਰਦੇ 'ਚ ਵਸਦਾ ਹੈ ਨਾ। ਜੇ ਵਾਹਿਗੁਰੂ ਦਾ ਨਾਮ ਨਾ ਚੱਲੇ ਤੇ ਫਿਰ ਕਹਾਣੀ ਉਹਨਾਂ ਦੀ ਖਤਮ ਹੋ ਜਾਂਦੀ ਹੈ, ਸਰੀਰ ਉਹਨਾਂ ਦਾ ਰਹਿੰਦਾ ਨਹੀਂ। ਇੱਕ ਬੜੇ ਚੰਗੇ ਮਹਾਤਮਾ ਮਹਾਂਪੁਰਸ਼ ਹੋਏ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਜੀ। ਬੜਾ ਉਹਨਾਂ ਦਾ ਸਤਿਕਾਰ ਮਾਣ ਸੰਸਾਰ ਦੇ ਵਿੱਚ ਹੈ। ਉਹ ਬ੍ਰਹਮ ਗਿਆਨੀ ਮਹਾਤਮਾ ਸੀ। ਉਹ ਪਹੁੰਚੇ ਹੋਏ ਮਹਾਤਮਾ ਸੀ, ਜਿੱਥੇ ਪਹੁੰਚਣਾ ਸੀ ਉਹ ਪਹੁੰਚੇ ਹੋਏ ਸੀ। ਪਰ ਇੱਕ ਉਹਨਾਂ ਦਾ ਨਾ ਸ਼ੌਂਕ ਇੱਦਾਂ ਦਾ ਸੀ, ਕਈ ਵਾਰੀ ਸ਼ੱਕ ਪਾ ਦਿੰਦਾ ਸੀ। ਉਹ ਸ਼ੌਂਕ ਕੀ ਸੀ? ਰੋਟੀ ਦਾ। ਜਦੋਂ ਉਹਨਾਂ ਦੀ ਘਰ ਵਾਲੀ ਸ਼ਾਰਦਾ ਨੇ ਕੋਈ ਰਸੋਈ ਦੇ ਵਿੱਚ ਕੁਝ ਬਣਾਉਣਾ ਤਾਂ ਉਹਨਾਂ ਨੇ ਰਸੋਈ ਦੇ ਇੱਦਾਂ ਗੇੜੇ ਕੱਢਣੇ ਜਿੱਦਾਂ ਨਿੱਕਾ ਜਿਹਾ ਨਿਆਣਾ ਨਹੀਂ ਜਿੱਦ ਕਰਦਾ ਫਿਰਦਾ ਵੀ ਬਣਿਆ ਕਿ ਨਹੀਂ ਬਣਿਆ, ਦਿੰਦੀ ਨਹੀਂ ਮੈਨੂੰ ਖਾਣ ਦਿਓ। ਇੱਕ ਵਾਰੀ ਉਹਨਾਂ ਦੀ ਘਰ ਵਾਲੀ ਨੇ ਕਹਿ ਹੀ ਦਿੱਤਾ, ਤੁਸੀਂ ਤਾਂ ਨਿਆਣਿਆਂ ਵਾਂਗੂ ਕਰਦੇ ਆ, ਤੇ ਏਡੇ ਏਡੇ ਸਾਧਕ ਤੁਹਾਡੇ ਸਿੱਖ ਨੇ, ਉਹ ਕੀ ਸੋਚਣਗੇ ਵੀ ਜਿਹਨੂੰ ਅਸੀਂ ਏਡਾ ਵੱਡਾ ਸੰਤ ਮੰਨਦੇ, ਸਾਧੂ ਮੰਨਦੇ, ਉਹ ਜ਼ੁਬਾਨ ਦੇ ਸਵਾਦਾਂ 'ਚ ਹੀ ਫਸਿਆ ਪਿਆ। ਤਾਂ ਮਹਾਂਪੁਰਸ਼ ਸਨ, ਹੱਸ ਪਏ। ਫਿਰ ਕਿਤੇ ਖਿਆਲ ਦੇ ਵਿੱਚ ਆਇਆ ਤੇ ਉਹਨੂੰ ਸੱਦ ਕੇ ਕਹਿਣ ਲੱਗੇ ਵੀ ਮਾਲਕ ਨੇ, ਪਰਮੇਸ਼ਰ ਨੇ ਮੇਰਾ ਸੰਸਾਰ ਨਾਲੋਂ ਮੋਹ ਤੋੜ ਦਿੱਤਾ। ਹਰ ਵਸਤੂ ਨਾਲੋਂ ਮੇਰਾ ਮੋਹ ਟੁੱਟਾ ਹੈ। ਤੇ ਜਦੋਂ ਹਰ ਵਸਤੂ ਨਾਲੋਂ ਮੋਹ ਟੁੱਟ ਜੇ ਨਾ, ਫਿਰ ਸਰੀਰ ਰਹਿੰਦਾ ਨਹੀਂ ਬਹੁਤਾ ਚਿਰ ਦੁਨੀਆ 'ਚ। ਵਾਹਿਗੁਰੂ ਨੇ ਮੇਰੇ ਤੋਂ ਸੇਵਾ ਲੈਣੀ ਹੈ, ਇਸ ਕਰਕੇ ਥੋੜੀ ਜੀ ਅੰਸ਼ ਅਗਿਆਨ ਦੀ ਮੈਨੂੰ ਉਹਨੇ ਦਿੱਤੀ ਹੈ ਵੀ ਇਹਨੂੰ ਪਕੜ ਕੇ ਰੱਖ, ਜਿਸ ਕਰਕੇ ਦੁਨੀਆ 'ਚ ਤੇਰਾ ਸਰੀਰ ਬਣਿਆ ਰਵੇ ਤੇ ਦੁਨੀਆ ਤੇਰੇ ਤੋਂ ਸਤਸੰਗ ਦਾ ਲਾਭ ਲਵੇ, ਨਾਮ ਦਾ ਲਾਭ ਲਵੇ, ਭਗਤੀ ਦਾ ਲਾਭ ਲਵੇ। ਉਹ ਸਾਰੀਆਂ ਅੰਸ਼ਾਂ ਵਿੱਚੋਂ ਇੱਕ ਅੰਸ਼ ਮੇਰੇ ਕੋਲੇ ਰਹਿ ਗਈ ਹੈ। ਉਹ ਕੀ? ਪ੍ਰਸ਼ਾਦੇ ਦੀ। ਇਹ ਨਾ ਸਮਝੀ ਵੀ ਮੈਂ ਸਵਾਦਾਂ ਪਿੱਛੇ ਤੁਰਿਆ ਫਿਰਦਾ। ਜਿੱਦਣ ਇਹ ਵੀ ਮੇਰੇ ਮਾਲਕ ਨੇ ਮੇਰੀ ਛਡਾਤੀ ਤੇ 3 ਦਿਨਾਂ ਦੇ ਅੰਦਰ ਅੰਦਰ ਉਹ ਸੰਤ ਕਹਿਣ ਲੱਗਾ, ਤੂੰ ਦੇਖੀ ਮੇਰਾ ਸਰੀਰ ਸ਼ਾਂਤ ਹੋਊ। ਉਹ ਗੱਲ ਹੋਈ। ਇੱਕ ਦਿਨ ਫਿਰ ਆਵਾਜ਼ ਮਾਰ ਕੇ ਕਹਿੰਦੇ ਕਿ ਮੇਰੀ ਤਿਆਰੀ ਹੈ। ਉਹ ਪ੍ਰਸ਼ਾਦਾ ਲੈ ਕੇ ਆਈ ਨਾ, ਪ੍ਰਸ਼ਾਦਾ ਬੜੇ ਪ੍ਰੇਮ ਦੇ ਨਾਲ ਪਹਿਲਾਂ ਵੀ ਦੱਸਿਆ। ਕਹਿੰਦੇ ਨਹੀਂ ਖਾਣਾ। ਉਹ ਕਹਿੰਦੇ ਬੜੇ ਹੈਰਾਨ ਵੀ ਇਹ ਤਾਂ ਸਵਾਮੀ ਜੀ ਤੇ ਪ੍ਰਸ਼ਾਦੇ ਦੇ ਅੱਗੇ ਪਿੱਛੇ ਰਾਸ਼ਟੀ ਤੁਰੇ ਫਿਰਦੇ ਹੁੰਦੇ ਸੀ। ਉਹ ਕਹਿੰਦੇ ਨਹੀਂ, ਲੋੜ ਨਹੀਂ। ਤਾਂ ਫਿਰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਹੁਣ ਇਹਨਾਂ ਦੀ ਤਿਆਰੀ। ਤੇ ਉਹ ਗੱਲ ਹੋਈ, ਤੀਜੇ ਦਿਨ ਉਹ ਸਰੀਰ ਛੱਡ ਗਏ। ਇਹੋ ਜਿਹੀ ਅਵਸਥਾ ਵਾਲੇ ਮਹਾਤਮਾ ਤਾਂ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਵਸਦਾ ਵਾ, ਉਹ ਵਾਹਿਗੁਰੂ ਤੋਂ ਬਿਨਾਂ ਕਿੱਥੇ ਰਹਿੰਦੇ ਫਿਰ? ਆਖਾਂ ਜੀਵਾ ਉਹ ਵੱਡਿਆਂ ਭਾਗਾਂ ਵਾਲੇ ਮਹਾਂਪੁਰਸ਼ ਮੰਨੇ ਜਾਂਦੇ ਹਨ। ਤਿਸ ਬਣਿਆ ਹਬ ਸੀਗਾਰ ਸਾਈ ਸੁਹਾਗਣੇ। ਉਹਨਾਂ ਦੇ ਸ਼ਿੰਗਾਰ ਹੱਬ ਸਾਰੇ, ਸ਼ਿੰਗਾਰ ਮੈਨੇ ਸਾਧਨ ਬਣੇ ਨੇ, ਭਾਵ ਫੱਬ ਗਏ ਨੇ, ਉਹਨਾਂ ਨੂੰ ਫੱਬ ਰਹੇ ਨੇ, ਬਣ ਗਏ ਨੇ। ਤੇ ਉਹੀ ਸਾਈ, ਉਹੀ ਗੁਰਸਿੱਖ ਮਹਾਂਪੁਰਸ਼ ਸੁਹਾਗ ਪਤੀ ਪਰਮੇਸ਼ਰ ਦੇ ਮਿਲਾਪ ਦੇ ਆਨੰਦ ਵਾਲੇ ਆ। ਉਹਨਾਂ ਨੂੰ ਵਾਹਿਗੁਰੂ ਦੇ ਮਿਲਾਪ ਦਾ ਸੁਹਾਗ ਆਨੰਦ ਪ੍ਰਾਪਤ ਹੁੰਦਾ ਹੈ। ਹਉ ਸੁਤੀ ਹੋਏ ਅਚਿੰਤ ਮਨ ਆਸ ਪੁਰਾਈਆ। ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਅਸੀਂ ਸੁੱਤੇ ਹੋਏ ਆ ਨਿਚਿੰਤ। ਉਹਨਾਂ ਗੁਰਸਿੱਖਾਂ ਨੂੰ, ਮਹਾਂਪੁਰਸ਼ਾਂ ਨੂੰ ਨਿਰਵਿਕਲਪ ਸਮਾਧੀ ਰੂਪ ਨੀਂਦ ਪ੍ਰਾਪਤ ਹੁੰਦੀ ਹੈ, ਜਿੱਥੇ ਕੋਈ ਚਿੰਤਾ ਨਹੀਂ, ਜਿੱਥੇ ਕੋਈ ਫਿਕਰ ਨਹੀਂ,
ਜਿਵੇਂ ਗੁਰਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨਾ ਕਰ ਚਿੰਤਾ ਹੈ ਕਰਤੇ। ਉਹਨਾਂ ਦੀ ਅਵਸਥਾ ਬਹੁਤ ਸੋਹਣੀ ਸ਼੍ਰੀਮਾਨ ਭਾਈ ਸੰਤੋਖ ਸਿੰਘ ਜੀ ਨੇ 5ਵੀਂ ਰੁੱਤ ਦੇ ਵਿੱਚ ਗਿਆਨ ਕਾਂਡ ਦੇ ਵਿੱਚ 2 ਪੰਕਤੀਆਂ ਲਿਖੀਆਂ ਵੀ ਬ੍ਰਹਮ ਗਿਆਨੀ ਦੀ ਅਵਸਥਾ ਕਿੱਦਾਂ ਦੀ ਬਣ ਜਾਂਦੀ। ਜਿਵੇਂ ਮਹਾਰਾਜ ਕਹਿੰਦੇ ਨਾ ਹਉ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ। ਉਹ ਅਚਿੰਤ ਹੋ ਕੇ ਸੌਂਦੇ ਨੇ, ਨਿਰਵਿਕਲਪ ਸਮਾਧੀ 'ਚ ਟਿਕੇ ਰਹਿੰਦੇ ਹਨ, ਜਿੱਥੇ ਕੋਈ ਕਲਪਨਾ ਹੀ ਨਹੀਂ, ਜਿੱਥੇ ਕੋਈ ਫੁਰਦਾ ਹੀ ਨਹੀਂ। ਅਫੁਰ ਜਿਹਨੂੰ ਮਹਾਰਾਜ ਕਹਿੰਦੇ ਅੰਤਰ ਸੁਨੰਗ ਬਾਹਰ ਸੁਨੰਗ, ਤ੍ਰਿਭਵਨ ਸੁਨ ਮਸੁਨੰਗ ਚੌਥੇ ਸੁਨੇ ਜੋ ਨਰ ਜਾਣੇ ਤਾ ਕੋ ਪਾਪ ਨਾ ਪੁੰਨੰਗ। ਐਸੀ ਅਵਸਥਾ ਵਿੱਚ ਉਹ ਖੇਡਦੇ। ਤਾਂ ਸ਼੍ਰੀਮਾਨ ਭਾਈ ਸੰਤੋਖ ਸਿੰਘ ਜੀ ਮਹਾਰਾਜ ਬੜਾ ਸੁੰਦਰ ਲਿਖਦੇ ਨੇ ਗਿਆਨ ਕਾਂਡ 5ਵੀਂ ਰੁੱਤ। ਉਹ ਲਿਖਦੇ ਨੇ ਕਿ ਆਪਣੇ ਬੇਦਾ ਮਾਤਾ ਮਾਤਾ ਪਿਤਾ ਪਿਤਾ 3 ਸ਼ਬਦ ਲਿਖੇ ਉਹਨਾਂ ਨੇ। ਜਿੱਥੇ ਬੇਦਾ ਤੇ ਬੇਦਾ ਵਿੱਚੋਂ ਐੜਾ ਨਿਕਲ ਆਇਆ ਬੇਦ ਅਬੇਦ, ਮਾਤਾ 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 ਤੇ ਆ ਮਾਤਾ, ਪਿਤਾ ਪਿਤਾ ਵਿੱਚੋਂ ਐੜਾ ਨਿਕਲਿਆ ਫਿਰ ਪਿਤਾ ਤੇ ਆ ਪਿਤਾ। ਬੇਦਾ ਬੇਦ ਮਤਲਬ ਜਾਣਨਾ ਤੇ ਆ ਬੇਦ ਮੈਨੇ ਨਾ ਜਾਣਨਾ। ਉਹ ਅਵਸਥਾ ਜਿੱਥੇ ਜਾ ਕੇ ਨਾ ਕੁਝ ਜਾਣਨਾ ਰਹਿ ਜਾਂਦਾ ਹੈ ਤੇ ਨਾ ਕੁਝ ਨਾ ਜਾਣਨਾ ਰਹਿ ਜਾਂਦਾ ਹੈ। ਜਿੱਥੇ ਪਹੁੰਚਣਾ ਸੀ ਪਹੁੰਚ ਗਏ। ਹੁਣ ਨਾ ਉਹਨਾਂ ਨੇ ਕਿਤੇ ਜਾਣਾ ਹੀ ਆ ਤੇ ਨਾ ਉਹਨਾਂ ਨੇ ਕਿਤੇ ਨਹੀਂ ਜਾਣਾ। ਇਹ ਗੱਲ ਬੜੀ ਬਰੀਕ ਜੀ ਹੈ ਸਮਝਣ ਵਾਸਤੇ। ਜੇ ਤਾਂ ਕੋਈ ਚੀਜ਼ ਉੱਥੇ ਉਹਨਾਂ ਕੋਲੇ ਹੋਵੇ ਕੋਈ ਫਿਕਰ ਨਹੀਂ, ਕੋਈ ਟੈਨਸ਼ਨ ਨਹੀਂ, ਕੋਈ ਮੋਹ ਨਹੀਂ, ਤੇ ਜੇ ਨਾ ਹੋਵੇ ਤੇ ਤਾਂ ਵੀ ਕੋਈ ਗੱਲ ਨਹੀਂ। ਜੇ ਹੈ ਤੇ ਤਾਂ ਵੀ ਕੋਈ ਗੱਲ ਨਹੀਂ, ਤੇ ਜੇ ਨਹੀਂ ਹੈ ਤੇ ਤਾਂ ਵੀ ਕੋਈ ਗੱਲ ਨਹੀਂ ਹੋਈ। ਤੇ ਸਾਡਾ ਹਾਲ ਕੀ ਹੁੰਦਾ ਵਾ, ਜੇ ਹੈਗੀ ਆ ਤੇ ਫਿਰ ਮੋਹ ਇਹ ਹੁਣ ਜਾਵੇ ਨਾ ਸਾਡੇ ਕੋਲੇ, ਇਹ ਸਾਡੇ ਪਾਸ ਹੀ ਰਵੇ। ਤੇ ਨਹੀਂ ਹੈਗੀ ਕੋਈ ਵਸਤੂ, ਮੰਨ ਲਓ ਪੈਸਾ ਹੀ ਆ, ਜੇ ਹੈਗਾ ਤੇ ਲਾਲਚ, ਤੇ ਨਹੀਂ ਹੈਗਾ ਤੇ ਫਿਰ ਸਾਡੀਆਂ ਲੇਲੜੀਆਂ ਨਿਕਲਦੀਆਂ ਨੇ ਮਾਇਆ ਦੇ ਪਿੱਛੇ। ਫਿਰ ਰੋਟੀਆਂ ਕਾਰਨ ਪੂਰੇ ਹਤਾਲ ਆਪ ਪਛਾੜੇ ਧਰਤੀ ਨਾਲ। ਮਾਇਆ ਦੇ ਪਿੱਛੇ ਫਿਰ ਬੰਦਾ ਨੱਚਦਾ ਹੈ। ਗਿਆਨਵਾਨ ਦੀ ਅਵਸਥਾ ਕੀ, ਜਿਹਨੂੰ ਪਰਮੇਸ਼ਰ ਮਿਲ ਗਿਆ ਉਹਦੇ ਵਾਸਤੇ ਹੋਣਾ ਜਾਂ ਨਾ ਹੋਣਾ ਉਹਦੇ ਤੇ ਕੋਈ ਅਸਰ ਨਹੀਂ। ਭਾਵੇਂ ਆ ਜਾਵੇ ਤੇ ਭਾਵੇਂ ਚਲਿਆ ਜਾਵੇ, ਉਹਨਾਂ ਦੀ ਸੁਰਤੀ ਬਿਰਤੀ ਤੇ ਕੋਈ ਫਰਕ ਜਿਹੜਾ ਹੈ ਉਹ ਪੈਂਦਾ ਨਹੀਂ। ਐਸੀ ਨਿਰਵਿਕਲਪ ਅਵਸਥਾ ਦੇ ਵਿੱਚ ਉਹ ਨਿਚਿੰਤ ਰਹਿੰਦੇ ਹਨ। ਮਨ ਆਸ ਪੁਰਾਈਆ। ਜਿਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਪਾਸ ਕੋਈ ਸੱਜਣ ਆਇਆ, ਕਹਿੰਦਾ ਮਹਾਰਾਜ ਗ੍ਰਸਤੀ ਬਣਾ, ਸਾਧ ਬਣਾ ਕਿ ਸਿੱਖ ਬਣਾ। ਦੇਖੋ ਕਮਾਲ ਦਾ ਸਵਾਲ। ਮਹਾਰਾਜ ਨੇ ਫਿਰ ਉਹਨੂੰ ਆਖਿਆ ਵੀ ਤੂੰ ਐ ਕਰ, ਤੈਨੂੰ ਤਿੰਨੇ ਹੀ ਵਿਖਾ ਦਿੰਨੇ ਆ, ਜੋ ਬਣਨਾ ਬਣ ਜਾ। ਕਿਉਂ ਇਹ ਵੀ ਤੇ ਇੱਕ ਹੰਗਤਾ ਨਾ, ਮੈਂ ਗ੍ਰਸਤੀ ਬਣਾ, ਸਿੱਖ ਬਣਾ ਕਿ ਆਪਣੇ ਸਾਧ ਬਣਾ ਕੇ ਸਿੱਖ ਬਣਾ। ਮਹਾਰਾਜ ਨੇ ਪਹਿਲਾਂ ਗ੍ਰਸਤੀ ਦਿਖਾਇਆ, ਗ੍ਰਸਤੀ ਕਿੱਦਾਂ ਦਾ ਹੁੰਦਾ ਹੈ। ਜਦੋਂ ਗ੍ਰਸਤੀ ਦਾ ਜੀਵਨ ਦੇਖਿਆ ਨਾ ਤੇ ਕੰਨਾਂ ਨੂੰ ਹੱਥ ਲੱਗ ਕੇ ਕਹਿੰਦਾ ਮੈਂ ਤਾਂ ਨਹੀਂ ਬਣ ਸਕਦਾ। ਫਿਰ ਮਹਾਰਾਜ ਨੇ ਸਾਧ ਵਿਖਾਇਆ ਵੀ ਸਾਧ ਕਿੱਦਾਂ ਦਾ ਹੁੰਦਾ ਹੈ। ਕੋਈ ਸਾਧੂ ਸੀ ਦਰਖਤ ਥੱਲੇ ਬੈਠਾ, ਕੋਈ ਸੱਜਣ ਆਇਆ ਸੁੰਦਰ, ਉਹਨੇ ਪੁਸ਼ਾਕਾ ਹਾਜ਼ਰ ਕੀਤਾ, ਮਾਇਆ ਹਾਜ਼ਰ ਕੀਤੀ, ਸਾਧੂ ਜਾਣ ਕੇ ਅੱਗੇ ਰੱਖਤਾ ਸਾਰਾ ਕੁਝ। ਉਹਨੇ ਨਹੀਂ ਅੱਖਾਂ ਖੋਲ ਕੇ ਵੇਖਿਆ ਵੀ ਕਿੰਨੇ ਪੈਸੇ ਮੇਰੇ ਅੱਗੇ ਰੱਖਿਆ ਵਾ ਤੇ ਕਿਹੜੇ ਕੱਪੜੇ ਰੱਖਿਆ। ਅੱਛਾ ਦੂਜਾ ਬੰਦਾ ਆਇਆ, ਉਹਨੇ ਉਹ ਕੱਪੜਾ ਵੀ ਚੁੱਕਿਆ, ਪੈਸੇ ਵੀ ਚੁੱਕੇ, ਉਹਨੇ ਨਹੀਂ ਅੱਖਾਂ ਖੋਲ ਕੇ ਉਹਦਾ ਹੱਥ ਫੜਿਆ ਵੀ ਕਿੱਥੇ ਲੈ ਕੇ ਚੱਲਿਆ। ਜਿਵੇਂ ਆਇਆ ਉਵੇਂ ਗਿਆ। ਜਿੰਨਾ ਚਿਰ ਉਹਦੇ ਸਾਹਮਣੇ ਪਿਆ ਰਿਹਾ ਉਹਦੇ ਤਾਂ ਵੀ ਅਸਰ ਨਹੀਂ, ਤੇ ਜਦੋਂ ਕੋਈ ਚੁੱਕ ਕੇ ਲੈ ਗਿਆ ਉਹਦੇ ਤਾਂ ਵੀ ਅਸਰ ਨਹੀਂ। ਆਉਣ ਦਾ ਹਰਖ ਨਹੀਂ, ਜਾਣ ਦਾ ਸੂਖ ਨਹੀਂ। ਇਹ ਕੀ ਹੁੰਦੇ ਨੇ? ਨਿਰਵਿਕਲਪ ਅਵਸਥਾ ਵਾਲੇ ਗੁਰਸਿੱਖ ਮਹਾਤਮਾ। ਇਸੇ ਤਰ੍ਹਾਂ ਫਿਰ ਮਹਾਰਾਜ ਨੇ ਸਿੱਖ ਵਿਖਾਇਆ ਜੀ, ਸਿੱਖ ਕਿੱਦਾਂ ਦਾ ਹੁੰਦਾ।
सतगुरु जी ने हुक्मनामा भेजा भी इन्ने पैसे चाहिए है। वो गरीब सी, वो तो है नहीं सी। उन्हें वो सिख नूं आख्या जिहड़ा कहंदा सी मैं गृहस्थी बना, साध बना के सिख बना, उन्हों फिर उन्हें आख्या तू घरे बह। उन्हें फिर अपनी लड़की वेची किसी शाहूकार दे भी ये तेरे मुफ्त च 1 साल 2 साल रसोई का काम, कपड़ियां धोण का काम, पोचे का काम करया करूगी। तो उन्हें आख्या भी तू तो बंदा बड़ा चंगा वा, इदां दा ते है नहीं है, पर की गल है? कहंदा मेरे गुरु का हुक्म आ गया भी इन्ने 100 रुपये भेज। फिर अपनी घर वाली बेची ते वो पैसे लिया के हथ ते रख के ते नाले हथ जोड़ के कहा मेरे तो बहुती सेवा नहीं हो सकी, ये तन मन धन सब सतगुरु दा है। पैरों थलों मिट्टी निकल गई, जाके महाराज नूं कहंदा महाराज मैं गृहस्थी भी, महाराज कहंदे की बनना ही दस हुण फिर गृहस्थी बनदा ही कि साध बनदा ही कि सिख बनदा ही? हथ जुड़ के कहंदा सच्चे पातशाह यही तो मेरी मूर्खता वा, मैं आपे कुछ भी नहीं बन सकता, जे तुसी कृपा करो तो फिर बन सकदा, अपने आप बंदा की बन सकता है। तो महाराज कहंदे चंगा फिर लंगर च सेवा करया कर, फिर सिक्खी दी दात तैनूं प्राप्त होवेगी। सो ये दृष्टांत है सिर्फ भी आए वो साधु जिहड़ा सी जदों सारा कुछ आउंदा रहा तां भी उहदी सेहत ते कोई असर नहीं, ते जदों चले गया उदों भी कोई असर नहीं। ते आम संसार दे विच की हुंदा है जदों जायदाद माया आउंदी है ते बड़े खुश होईदा, जदों जांदी नाल ही हार्ट अटैक हो जाता है, झलिया ही नहीं जाता, बिजनेस फेल हो गया, सारा कुछ खत्म हो गया। जां कोई रूह संसार दे विच आउंदी है, बड़े खुश होईदा जदों किसी दी मौत हुंदी है, फिर ताहां निकलदियां। पर वो निर्विकल्प अवस्था विच खेडदे ने ते उन्हां दी जिहड़ी आस सी मन दी परमेश्वर प्राप्ति दी, ये गुरु साहब पूरी कर दिंदे हन। हर हां जा कर आया कंत तां सब किश पाईया। तां सच्चे पातशाह फरमाउंदे ने कि हे भाई जदों घर हिरदे विच वाहिगुरु परमेश्वर आ गया तां फिर सब कुछ ही प्राप्त हो जाता है। भाव इच्छा ही खत्म हो जाती है, वासना ही नहीं उठती है, तृष्णा ही उथे नहीं रह जाती है। ऐसी सतगुरु सच्चे पातशाह की कृपा दे नाल उन्हां दी परम संतोख वाली अवस्था जिहड़ी है वो बन जाती है। सो ये पवित्र उपदेश धन गुरु अर्जन देव साहब महाराज ने फुनह बाणी दे विच कृपा करके बख्शिश करके फलौर दे विच माओ साहब स्थान आ जिथे सतगुरु जी दीयां लावां होईयां सी, उस पवित्र जगह उत्ते बख्शिश करके दिता है। होईयां भुल्लां चुकां दी खिमा जी। अगे वास्ते सारी संगत ने सुमत बख्शणी, लेखा कतै न छूटीए, खिन खिन भूलन हार, बख्शन हार बख्श लै, नानक पार उतार। हाँ सुती होए अचिंत मन आस पुराईया। हर हाँ जा कर आया कंत तां सब किश पाईया। वाहिगुरु जी का खालसा